ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰਿ। ਅਰਜਨ ਕਾਇਆ ਪਲਟ ਕੈ, ਮੂਰਤ ਹਰਿ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਾਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਪੁਕਾਰੀ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰਸਿੱਖ ਸੰਗਤਾਂ, ਗੁਰੂ ਸਵਾਰਿਓ, ਆਪ ਜੀਆਂ ਨੇ ਗੁਰਮੁਖ ਪਿਆਰਿਆਂ ਤੋਂ ਅੰਮ੍ਰਿਤ ਵੇਲੇ ਦਾ ਨਿਤਨੇਮ ਸਰਵਣ ਕੀਤਾ ਹੈ। ਜਿੰਨਾ ਸਮਾਂ ਹੋਰ ਗੁਰੂ ਜੀ ਬਖਸ਼ਿਸ਼ ਕਰਦੇ ਹਨ, ਆਓ ਸਭ ਰਲ ਮਿਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਸਮਾਗਮ ਮਨਾਉਣ ਦੇ ਸੰਬੰਧ ਵਿੱਚ ਕੁਝ ਦਿਨਾਂ ਤੋਂ ਲੈ ਕੇ ਆਪ ਜੀ ਕਥਾ ਸਰਵਣ ਕਰ ਰਹੇ ਹੋ। ਕੱਲ੍ਹ ਆਪ ਜੀ ਨੇ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਜ਼ਾਵਾਂ ਦੇਣ ਦਾ ਸੰਕਲਪ ਜਿਹੜਾ ਹੈ ਸਰਵਣ ਕੀਤਾ ਹੈ। ਵੱਡੇ ਵੱਡੇ ਮਹਾਪਾਪੀ ਸੀ, ਉਹ ਵੀ ਡੋਲ ਗਏ ਕਿ ਐਡਾ ਪਾਪ ਇਹ ਕਿੱਥੇ ਥਾਂ ਪਏਗਾ। ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਬੋਲੇ ਹੀ ਨਹੀਂ, ਬੁਲਾਉਣ ਦਾ ਯਤਨ ਵੀ ਕਰਦੇ ਰਹੇ। ਅਗਲਾ ਦਿਨ ਆ ਗਿਆ, ਸੁਣਾ ਕੇ ਕਹਿਣ ਲੱਗਿਆ ਕਿ ਕੱਲ੍ਹ ਨੂੰ ਗਊ ਦੀਆਂ ਤਾਜ਼ੀਆਂ ਖੱਲਾਂ ਲੈ ਕੇ ਆਉਣ ਦਾ, ਉਹਦੇ ਵਿੱਚ ਮੜ ਕੇ ਕਹਿੰਦੇ ਧੁੱਪੇ ਰੱਖਾਂਗੇ। ਪਹਿਲੀ ਸਜ਼ਾ ਦਿੱਤੀ ਸੀ ਦੇਗੇ ਦੇ ਵਿੱਚ ਬਾਲਣਾ, ਦੂਸਰੀ ਸਜ਼ਾ ਤੱਤੀ ਤਵੀ 'ਤੇ ਬਿਠਾਉਣਾ, ਤੀਸਰੀ ਸਜ਼ਾ ਤੱਤਾ ਰੇਤ ਸੀਸ ਦੇ ਵਿੱਚ ਪਾਉਣਾ, ਚੌਥੀ ਸਜ਼ਾ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਗਊ ਦੀ ਖਲ ਦੇ ਵਿੱਚ ਸਿਉਂ ਕਰਕੇ ਕਹਿੰਦੇ ਮੜ ਕੇ ਧੁੱਪੇ ਰੱਖਣ ਦੀ ਸਜ਼ਾ। ਇਸ ਤਰ੍ਹਾਂ ਸਜ਼ਾ ਦੇ ਦੇ ਕੇ ਸਤਿਗੁਰੂ ਜੀ 'ਤੇ ਇਸ ਕਸ਼ਟ ਸਹਾਰੇ ਗਏ, ਬਹੁਤ ਅਤੀ ਕਸ਼ਟ ਦਿੱਤੇ ਗਏ। ਪਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤ ਚਿੱਤ ਇੱਕ ਥਾਂ 'ਤੇ ਕਹਿਣ ਲੱਗੇ, ਟੁੱਟੀ ਬੈਸ। ਸਤਿਗੁਰੂ ਜੀ ਮੁਖ ਤੋਂ ਕੁਝ ਬੋਲਦੇ ਨਹੀਂ। ਇੱਧਰ ਚੰਦੂ ਦੀ ਨੌਂ ਪਹਿਰੇਦਾਰਾਂ ਨੂੰ ਆਪਣੇ ਦਿਲ ਭਾਵਨਾ ਦੀ ਵਿਚਾਰ ਦੱਸ ਕੇ ਉਹਨਾਂ ਨੂੰ ਕੁਝ ਲਾਲਚ ਦੇ ਕੇ ਕੁਛ ਖਾਣ ਨੂੰ ਕੋਲ ਹੈ ਕਿ ਮਹਾਰਾਜ ਆਪ ਜੀ ਨੇ ਕੁਝ ਮੁੱਖ 'ਚ ਨਹੀਂ ਪਾਇਆ ਸੀ। ਪਰ ਚੰਦੂ ਦੀ ਨੌਂ ਪਹਿਰੇਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਵੀਰ ਜੀ, ਕੁਝ ਖਾਣ ਲਈ ਮੈਂ ਲੈ ਕੇ ਆਈ ਹਾਂ ਅਤੇ ਇਹ ਪਦਾਰਥ ਜਿਹੜੇ ਹੈ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪਹੁੰਚਾਉਣੇ ਹਨ। ਜਦੋਂ ਚੰਦੂ ਦੀ ਨੌਂ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਹੋਏ ਨਾ, ਮਹਾਰਾਜ ਕਹਿੰਦੇ ਉਸ ਟਾਈਮ 'ਤੇ ਬੋਲੇ ਆ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਨਹੀਂ ਤਾਂ ਕਈ ਦਿਨ ਨਹੀਂ ਬੋਲੇ।
ਕਿ ਮਹਾਰਾਜ ਕਹਿਣ ਲੱਗੇ, ਬੇਟੀ ਮਨਮੁਖ ਦਾ ਅਸੀਂ ਭੋਜਨ ਨਹੀਂ ਖਾਣਾਗਾ ਜੋ ਤੂੰ ਤਿਆਰ ਕਰਕੇ ਲਿਆਈ ਹੈ। ਕਿਉਂਕਿ ਇੱਕ ਪਾਸੇ ਤਾਂ ਚੰਦੂ ਸਹੁਰਾ ਅਤੇ ਉਹਨਾਂ ਦੀ ਨੂੰਹ, ਹੁਣ ਘਰ ਤਾਂ ਇੱਕ ਹੀ ਹੈ ਅਤੇ ਉਸੇ ਘਰ 'ਚੋਂ ਰਾਸ਼ਨ ਲੈ ਕੇ ਖਾਣ ਲਈ ਪਦਾਰਥ ਤਿਆਰ ਕਰਨੇ। ਕਹਿਣ ਲੱਗੇ ਅਸੀਂ ਮਨਮੁਖ ਦਾ ਭੋਜਨ ਨਹੀਂ ਖਾਣਾਗਾ। ਅਤੇ ਹੱਥ ਜੋੜ ਕੇ ਉਹ ਨੂੰਹ ਰਾਣੀ ਕਹਿਣ ਲੱਗੀ, ਪਾਤਸ਼ਾਹ ਜੀ ਮੈਂ ਗੁਰਸਿੱਖ ਦੀ ਧੀ ਇਸ ਪਾਪੀ ਚੰਦੂ ਦੇ ਘਰ ਵਿਆਹੀ ਗਈ ਹਾਂ। ਕਹਿੰਦੇ ਤੂੰ ਇਉਂ ਕਰ, ਅਸੀਂ ਕੱਲ੍ਹ ਨੂੰ ਚੱਲਣਾ ਹੈ, ਸਾਡੇ ਨਾਲ ਹੀ ਚੱਲੀ। ਅਸੀਂ ਨਾਲ ਲੈ ਜਾਵਾਂਗੇ। ਜਦ ਅਸੀਂ ਸਰੀਰ ਛੱਡਾਂਗੇ ਨਾ, ਉਸ ਵੇਲੇ ਤੂੰ ਵੀ ਸਰੀਰ ਛੱਡ ਦੇਈਂ। ਇਹ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਚੰਦੂ ਦੀ ਨੂੰਹ ਨਾਲ ਵਿਚਾਰ ਕਰ ਦਿੱਤਾ। ਚੰਦੂ ਦੀ ਨੂੰਹ ਗੁਰਸਿੱਖ ਦੀ ਧੀ ਸੀ, ਬੰਦਗੀ ਕਰਨ ਵਾਲੀ ਭੈਣ। ਸੋ ਦੂਸਰੇ ਦਿਨ ਮਹਾਰਾਜ ਜੀ ਨੇ ਰਾਵੀ 'ਤੇ ਜਾ ਕੇ ਇਸ਼ਨਾਨ ਕੀਤਾ। ਉਸ ਵੇਲੇ ਆਪ ਜੀ ਨੇ ਬੜੀ ਪ੍ਰਸੰਨਤਾ ਨਾਲ ਗੁਰਸਿੱਖਾਂ ਨੂੰ ਕਿਹਾ ਕਿ ਤੁਸੀਂ ਗਿਣਤੀ 'ਚ ਨਾ ਆਇਓ, ਅਸੀਂ ਇਹ ਭਾਣਾ ਆਪਣਾ ਆਪ ਹੀ ਵਰਤਾ ਰਹੇ ਹਾਂ। ਕਿਉਂਕਿ ਅਕਾਲ ਪੁਰਖ ਨੂੰ ਐਵੇਂ ਹੀ ਚੰਗਾ ਲੱਗਦਾ ਹੈ, ਉਹ ਸੱਤ ਕਰਕੇ ਮੰਨਣਾ। ਮਹਾਰਾਜ ਜਪਜੀ ਸਾਹਿਬ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਤਿਗੁਰੂ ਜੀ ਕਹਿੰਦੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਕਾਲ ਪੁਰਖ ਨੂੰ ਇਵੇਂ ਜਿਵੇਂ ਭਾਉਂਦੀ ਸੀ, ਤੁਸੀਂ ਹੁਣ ਗਿਣਤੀ 'ਚ ਨਾ ਪਵੋ। ਇਹ ਗੁਰਸਿੱਖਾਂ ਲਈ ਸਤਿਗੁਰੂ ਅਰਜਨ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਅਸੀਂ ਹੁਣ ਸਰੀਰ ਛੱਡ ਜਾਣਾ ਹੈ ਅਤੇ ਜਾ ਕੇ ਹਰਗੋਬਿੰਦ ਜੀ ਨੂੰ ਗੁਰਿਆਈ ਅਸੀਂ ਦੇ ਆਏ ਹਾਂ। ਉਹਨਾਂ ਦੇ ਅਨੁਸਾਰੀ ਹੋ ਕੇ ਚੱਲਣਾ। ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ। ਕਹਿੰਦੇ ਆਪ ਹੀ ਗੱਲ ਚੱਲਦੀ ਹੀ ਸੀ ਅਤੇ ਇਹ ਦਰਜ ਆਪ ਜੀ ਨੇ ਤਸੀਨਾ ਭਾਈ ਨੰਦ ਲਾਲ ਜੀ ਦਾ ਇਹ ਆਪ ਜੀ ਨੇ ਪੜ੍ਹਿਆ ਅਤੇ ਸਰਵਣ ਵੀ ਕੀਤਾ ਹੈ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਭਾਰੇ ਪੁਕਾਰੀ। ਕਿ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਹੁਣ ਸਰੀਰ ਛੱਡ ਜਾਣਾ ਹੈ ਅਤੇ ਜੋ ਗੁਰਸਿੱਖ ਸੀ ਸੰਗਤ ਰੂਪ ਵਿੱਚ ਇਕੱਠੇ ਹੋਏ, ਕਹਿਣ ਲੱਗੇ ਤੁਸੀਂ ਹਰਗੋਬਿੰਦ ਜੀ ਦੀ ਅਨੁਸਾਰੀ ਹੋ ਕੇ ਚੱਲਣਾ ਹੈ, ਉਹਨਾਂ ਦੇ ਅਨੁਸਾਰੀ ਰਹਿਣਾ, ਉਹਨਾਂ ਦੇ ਅਧੀਨ ਰਹਿ ਕੇ ਤੁਸੀਂ ਆਪਣਾ ਜੀਵਨ ਲੰਘਾਉਣਾ। ਡਰਨਾ ਨਹੀਂ ਕਿਸੇ ਤੋਂ ਅਤੇ ਚੰਦੂ ਤੋਂ ਬਦਲਾ ਨਹੀਂ ਲੈਣਾ ਗਾ, ਅਤੇ ਨਾ ਹੀ ਕਿਸੇ ਹੋਰ ਰਾਜੇ ਨਾਲ ਟੱਕਰ ਲੈਣੀ ਹੈ। ਕੋਈ ਐਸਾ ਦੁਰਭਾਵਨਾ ਨਹੀਂ ਲਿਆਉਣੀ ਗੀ ਮਨ ਦੇ ਵਿੱਚ। ਇਹ ਬਚਨ ਸਿੱਖ ਸੰਗਤਾਂ ਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਸੰਗਤਾਂ ਲਈ ਆਖੇ। ਗੁਰਸਿੱਖੀ ਦੇ ਅਸੂਲਾਂ 'ਤੇ ਰਹਿ ਕੇ ਚੱਲਣਾ।
ਤੇ ਗੁਰਬਾਣੀ ਤੇ ਪਹਿਰਾ ਦੇਣਾ ਨਿਤਨੇਮ ਦੀ। ਇਹ ਹਰ ਰੋਜ਼ ਆਪ ਜੀ ਨੇ ਨਿਤਨੇਮ, ਜਿਸ ਤਰ੍ਹਾਂ ਸਰੀਰ ਚਲਾਉਣ ਲਈ ਭੋਜਨ ਜ਼ਰੂਰੀ ਹੈ ਤੇ ਜੀਵਨ ਦੇ ਵਿੱਚ ਸੁਧਾਰ ਲਿਆਉਣ ਲਈ ਨਿਤਨੇਮ ਜ਼ਰੂਰੀ ਹੈ। ਜਦੋਂ ਸਤਿਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਬਚਨ ਸੰਗਤਾਂ ਲਈ ਕਹਿੰਦੇ, ਉਸ ਵੇਲੇ ਮਹਾਰਾਜ ਜੀ ਸਮਾਧਿਸ਼ਟ ਹੋਏ। ਸਮਾਧਿਸ਼ਟ ਦਾ ਅਰਥ ਹੈ ਸਮਾਧੀ ਵਿੱਚ ਲੀਨ ਹੋ ਗਏ। ਸਰੀਰ ਨੂੰ ਮਰਜ਼ੀ ਦੇ ਨਾਲ ਛੱਡ ਕੇ ਪਾਸੇ ਹੋ ਜਾਣਾ, ਉਸ ਨੂੰ ਕਹਿੰਦੇ ਸਮਾਧਿਸ਼ਟ, ਸਮਾਧੀ। ਕਹਿੰਦੇ ਇੱਕ ਕੁਸ਼ਾ ਮੰਗਾ ਲਈ ਗੁਰਸਿੱਖਾਂ ਤੋਂ, ਕੁਸ਼ਾ 'ਤੇ ਲੰਮੇ ਪੈ ਗਏ ਅਤੇ ਚਾਦਰਾ ਉੱਪਰ ਲੈ ਲਿਆ। ਥੋੜ੍ਹੀ ਦੇਰ ਤੋਂ ਬਾਅਦ ਦੇਖਦੇ ਨੇ ਕਿ ਕੁਝ ਵਿੱਚ ਹੈ ਹੀ ਨਹੀਂ ਉਸ ਕੁਸ਼ਾ ਦੇ, ਜਿਸ ਜਗ੍ਹਾ 'ਤੇ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਰੀਰ ਛੱਡਿਆ। ਇੱਧਰ ਵੀ ਸੁਣਦੇ ਨੇ ਕਿ ਸਾਰੇ ਆਕਾਸ਼ ਦੇ ਵਿੱਚ ਜੈ ਜੈਕਾਰ ਦੀਆਂ ਧੁਨੀਆਂ। ਕਹਿੰਦੇ ਦੇਵੀ ਦੇਵਤਾ ਜਿਹੜੇ ਫੁੱਲ ਵਰਸਾਉਣ ਲਈ ਆਏ ਅਤੇ ਜੈ ਜੈਕਾਰ ਦੀਆਂ ਧੁਨਾਂ ਜਿਹੜੀਆਂ ਸੀ ਉਹ ਕੰਨਾਂ 'ਚ ਸੁਣਨ ਨੂੰ ਲੱਗੀਆਂ। ਅਨੇਕ ਕਿਸਮ ਦੇ ਵਾਜੇ ਵੱਜ ਰਹੇ, ਜਦੋਂ ਅਸੀਂ ਆਪਾਂ ਕਹਿੰਦੇ ਹਾਂ ਨਾ ਅਨਹਦ ਵਾਜੇ, ਉਹ ਅਨਹਦ ਵਾਜੇ ਜਿਹੜੇ ਇੱਕ ਰਸ ਸੁਣੇ ਜਾਣ ਦੀ ਗੱਲ। ਅਨੇਕ ਕਿਸਮ ਦੀਆਂ ਝਲਕਾਰਾਂ ਵੱਜ ਰਹੇ। ਇਸ ਤਰ੍ਹਾਂ ਨਾਲ ਮਹਾਰਾਜ ਕਹਿੰਦੇ ਕਿ ਜਦੋਂ ਜੈ ਜੈਕਾਰ ਦੀਆਂ ਧੁਨਾਂ ਲੱਗੀਆਂ ਨਾ, ਮਹਾਰਾਜ ਉੱਥੇ ਇੱਕ ਧਾਰਨਾ ਪੜ੍ਹਦੇ ਹੁੰਦੇ ਸੀ। ਮਹਾਂਪੁਰਸ਼ ਕਹਿੰਦੇ ਜੈ ਜੈਕਾਰਾਂ ਸੁਰਗਾਂ ਵਿੱਚ ਹੋਵੈ, ਹਾਹਾਕਾਰ ਕਰੇ ਦੁਨੀਆ। ਐਡੇ ਕਸ਼ਟ ਨੂੰ ਵੇਖ ਕੇ, ਇੰਨੇ ਤਸੀਹਾਂ ਨੂੰ ਵੇਖ ਕੇ ਤੇ ਦੁਨੀਆ ਹਾਹਾਕਾਰ ਕਰਦੀ ਸੀ, ਕਿਉਂਕਿ ਸਜ਼ਾਵਾਂ 4-5 ਤਰ੍ਹਾਂ ਦੀਆਂ ਦਿੱਤੀਆਂ ਕਿ ਮੇਰਾ ਇਹ ਲੜਕੀ ਦਾ ਰਿਸ਼ਤਾ ਮੰਨ ਲਏਗਾ। ਕਿਉਂਕਿ ਅਹਿਲਕਾਰਾਂ ਨੂੰ ਚੰਦੂ ਨੇ ਕਿਹਾ ਸੀ ਕਿ ਇਹੋ ਜਿਹਾ ਵਾਰ ਲਿਆਓ ਟੋਲ ਕੇ ਜਿਹਦੇ ਵਿੱਚ ਧਨ ਦੀ ਕਮੀ ਨਾ ਹੋਵੇ, ਵੀ ਰੂਪ ਪੱਖੋਂ ਵੀ ਸੋਹਣਾ ਹੋਵੇ, ਸਰੀਰਕ ਤੌਰ 'ਤੇ ਵੀ ਪਰਿਪੱਕ ਹੋਵੇ, ਕਹਿੰਦੇ ਧਰਮ 'ਤੇ ਵੀ ਪਰਿਪੱਕ ਹੋਵੇ। ਹੁਣ ਰਸਤਾ ਜਿਹੜਾ ਰਿਸ਼ਤਾ ਟੋਲਣ ਲਈ ਜਾਂਦੇ ਸਨ ਅਹਿਲਕਾਰ, ਅਤੇ ਸਾਰਿਆਂ ਨੂੰ ਇਹ ਗੱਲਾਂ ਨਹੀਂ ਮਿਲਦੀਆਂ ਸਨ। ਜੇ ਧਨ ਮਿਲਦਾ ਸੀ ਅਤੇ ਉਹੋ ਜਿਹਾ ਸਰੀਰਕ ਰੂਪ ਤੰਦਰੁਸਤ ਨਹੀਂ ਮਿਲਦਾ ਸੀ। ਜੇ ਧਰਮੀ ਬੰਦਾ ਮਿਲਦਾ ਸੀ ਅਤੇ ਧਨ ਦੀ ਕਮੀ ਆ ਜਾਂਦੀ ਸੀ। ਇਸ ਕਰਕੇ ਕਈ ਕਮੀਆਂ ਆ ਜਾਂਦੀਆਂ ਸਨ ਅਤੇ ਇੱਕ ਹੀ ਪੂਰਨ ਤੌਰ 'ਤੇ ਧਰਮ ਦੇ ਵਿੱਚ ਪਰਿਪੱਕ, ਸਰੀਰਕ ਪੱਖ ਤੋਂ ਸੋਹਣੇ ਸੁੰਦਰ ਸਰੂਪ ਅਤੇ ਧਨ ਵਾਲੇ ਅਤੇ ਧਰਮ ਵਾਲੇ, ਇਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਨ, ਜਿਨ੍ਹਾਂ 'ਤੇ ਉਹਨਾਂ ਦੇ ਮਨ ਵਿੱਚ ਆਖਿਆ ਵੀ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਥੇ ਪਾਤਸ਼ਾਹ ਦੇ ਸਪੁੱਤਰ ਹਨ। ਉਹੀ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ, ਜੇ ਉਹ ਰਿਸ਼ਤਾ ਮੰਨ ਜਾਣ ਤਾਂ ਕਰ ਦੇਣਾ। ਪਰ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਮਨਜ਼ੂਰ ਕਰਕੇ ਅਤੇ ਇੱਕ ਜਿਹੜਾ ਹੈ ਧਰਮ ਗ੍ਰੰਥ ਦੇ ਵਿੱਚ ਮੁਸਲਮਾਨਾਂ ਦਾ ਲਿਖਣਾ, ਕਹਿੰਦੇ ਕਿ ਇਹ ਚੀਜ਼ਾਂ ਉਹਨਾਂ ਨੂੰ ਮਨਜ਼ੂਰ ਨਹੀਂ ਸਨ, ਇਸ ਕਰਕੇ ਰਸਤਾ ਜਿਹੜਾ ਸੀ ਉਹਨਾਂ ਨੇ ਨਾ ਮਨਜ਼ੂਰ ਕਰ ਦਿੱਤਾ। ਜਦੋਂ ਇੱਧਰ ਇਹ ਜਿਹਾ ਕੁਝ ਆਕਾਸ਼ ਦੇ ਵਿੱਚ ਜੈ ਜੈਕਾਰ ਦੀਆਂ ਧੁਨੀਆਂ ਹੋਣ ਲੱਗੀਆਂ, ਅਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਰੀਰ ਛੱਡ ਦਿੱਤਾ। ਇਹ ਕਿੱਡੀ ਵੱਡੀ ਸਿੱਖਿਆ ਸਾਨੂੰ ਮਹਾਰਾਜ ਜੀ ਦੇ ਗਏ। ਧੰਨ ਧੰਨ ਗੁਰੂ ਅਰਜਨ ਦੇਵ ਜੀ ਗੁਰਸਿੱਖ ਪਿਆਰਿਓ, ਕਿਹੋ ਜਿਹਾ ਜੀਵਨ, ਕਿਹੋ ਜਿਹੇ ਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਗਏ। ਜੇ ਕਿਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਦੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਅਸੀਂ ਰੁਲ ਜਾਣਾ ਸੀ ਅਤੇ ਕੁਝ ਨਹੀਂ ਸਾਨੂੰ ਪਤਾ ਲੱਗਣਾ ਕਿ ਸਾਡਾ ਧਰਮ ਕੀ ਹੈ।
ਦੂਸਰਾ, ਸਾਡੇ ਅੰਦਰ ਜ਼ਿੰਦਗੀ ਭਰ ਗਏ ਕਿ ਗੁਰਸਿੱਖੋ ਮੌਤ ਤੋਂ ਡਰਨਾ ਨਹੀਂ। ਮੌਤ ਆਉਣੀ ਹੀ ਆਉਣੀ ਹੈ। ਜੋ ਉਪਜਿਓ ਸੋ ਬਿਨਸ ਹੈ। ਜੋ ਪੈਦਾ ਹੋਇਆ ਉਹਨੇ ਇੱਕ ਦਿਨ ਖਤਮ ਹੋਣਾ ਹੀ ਹੈ। ਕੋਈ ਸਮਾਂ ਪਾ ਕੇ ਹੋ ਜਾਏਗਾ। ਆਪਣੇ ਅਸੂਲਾਂ ਤੋਂ ਕਹਿੰਦੇ ਬੇਅਸੂਲ ਨਾ ਹੋਇਓ। ਜਦੋਂ ਇਹ ਗੱਲ ਆਖੀ ਨਾ ਗੁਰਸਿੱਖਾਂ ਨੂੰ, ਕਹਿੰਦੇ ਮੌਤ ਤੋਂ ਨਹੀਂ ਡਰਨਾ ਗਾ, ਮੌਤ ਆਉਣੀ ਹੀ ਆਉਣੀ ਹੈ। ਅਤੇ ਮੌਤ ਤੋਂ ਡਰ ਕੇ ਬੇਅਸੂਲ ਨਾ ਹੋਇਓ। ਆਪਣੇ ਅਸੂਲਾਂ ਤੋਂ ਧਰਮ ਦੇ ਵਿੱਚ ਪਰਪੱਕ ਰਹੋ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰਿਆਂ ਦੇ ਗੁਰੂ ਮਹਾਰਾਜ ਜੀ ਨੇ ਸ਼ਹੀਦੀ ਦੇ ਵਿਸਥਾਰ ਨਾਲ ਸਰਵਣ ਕੀਤਾ ਹੈ। ਸੋ ਫਰਮਾਨ ਆਉਂਦਾ ਕਿ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਹੈ ਨਾ, ਜਿਨ੍ਹਾਂ ਨੇ ਧਿਆਨ ਧਰਿਆ ਹੈ, ਉਹ ਫਿਰ ਜੰਮਣ ਮਰਨ ਦੇ ਵਿੱਚ ਨਹੀਂ ਆਉਂਦੇ ਗੇ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਸ ਤਰ੍ਹਾਂ ਉਹ ਜੂਨਾਂ ਦੇ ਵਿੱਚ ਨਹੀਂ ਆਉਂਦੇ ਗੇ, ਉਹ ਗਰਭ ਸਥਾਪਨਾ ਦੇ ਵਿੱਚ ਨਹੀਂ ਆਉਂਦੇ ਗੇ, ਜਿਨ੍ਹਾਂ ਨੇ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਯਾਦ ਕੀਤਾ ਹੈ। ਸੋ ਇਸ ਤਰ੍ਹਾਂ ਦੀ ਸ਼ਹਾਦਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਈ। ਜਦੋਂ ਸੰਗਤ ਦੇ ਫੈਸਲੇ ਨੂੰ ਗੁਰੂ ਜੀ ਨੇ ਤਹਰੀਜ ਦਿੱਤੀ ਸੀ, ਆਪਣੇ ਸਰੀਰ ਨੂੰ ਬਚਾਉਣ ਲਈ ਸੰਗਤ ਦਾ ਕਹਿੰਦੇ ਪੈਸਾ ਖਰਚਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਕਿ ਸੰਗਤ ਦਾ ਪੈਸਾ ਜਿਹੜਾ ਇਹਨਾਂ ਨਜਾਇਜ਼ ਨਹੀਂ ਖਰਚਣਾ ਗਾ। ਇਹ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸੰਗਤ ਨੂੰ ਕਿਹਾ, ਰੱਬੀ ਬਾਣੀ ਦੇ ਸਮੁੰਦਰ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਫੇਰ ਬਦਲ ਨਾਮ ਮੁਮਕਿਨ ਸੀ। ਕਹਿੰਦੇ ਕਿ ਜਿੱਥੇ ਆਖਿਆ ਸੀ ਕਿ ਸਾਡੇ ਮੁਸਲਮਾਨਾਂ ਦਾ ਇਹਦੇ ਵਿੱਚ ਜ਼ਿਕਰ ਕਰ ਦਿਓ, ਅਤੇ ਹੁਣ ਚੰਦੂ ਨੇ ਗੁਰੂ ਜੀ ਨੂੰ ਤਸੀਹੇ ਦੇਣੇ ਜਦੋਂ ਸ਼ੁਰੂ ਕੀਤੇ ਸੀ, ਸਭ ਤੋਂ ਪਹਿਲਾਂ ਉਬਲਦੀ ਦੇਗ ਦੇ ਵਿੱਚ ਉਬਾਲਿਆ, ਫਿਰ ਤੱਤੀ ਤਵੀ 'ਤੇ ਬਿਠਾ ਕੇ ਉੱਪਰੋਂ ਗਰਮ ਰੇਤਾ ਪਾਈ ਗਈ। ਗੁਰੂ ਜੀ ਦੇ ਸਰੀਰ ਤੋਂ ਮਾਸ ਸੜ ਸੜ ਕੇ ਜਦੋਂ ਉਖੜਨ ਲੱਗਿਆ ਸੀ ਨਾ, ਪਰ ਸਤਿਗੁਰੂ ਜੀ ਪ੍ਰਭੂ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ, ਸ਼ਾਂਤ ਰਹੇ ਅਤੇ ਮੁਖੋਂ ਉਚਾਰਦੇ ਰਹੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਸਾਨੂੰ ਇਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਗਏ ਕਿ ਵੱਡੀ ਤੋਂ ਵੱਡੀ ਤਕਲੀਫ ਵਿੱਚ ਵੀ ਪ੍ਰਮਾਤਮਾ ਨੂੰ ਨਹੀਂ ਭੁੱਲਣਾ ਗਾ, ਅਤੇ ਉਸ ਦੇ ਭਾਣੇ ਅੰਦਰ ਰਹਿ ਕੇ ਉਸ ਤੋਂ ਪਿੱਛੋਂ ਗੁਰੂ ਜੀ ਦੇ ਸੜੇ ਹੋਏ ਸਰੀਰ ਨੂੰ ਕਹਿੰਦੇ ਤਕਲੀਫ ਦੇਣ ਲਈ ਰਾਵੀ ਦੇ ਠੰਡੇ ਪਾਣੀ ਵਿੱਚ ਜਦੋਂ ਲੈ ਕੇ ਗਏ ਨਾ, ਕਿਉਂਕਿ ਸਰੀਰ ਛਾਲੇ ਛਾਲੇ ਹੋਣਾ ਅਤੇ ਫਿਰ ਠੰਡੇ ਪਾਣੀ ਦੇ ਵਿੱਚ ਰੱਖਣਾ, ਅਤੇ ਕਹਿੰਦੇ ਹੋਰ ਵੀ ਤਕਲੀਫ ਹੁੰਦੀ ਹੈ। ਸੋ ਇਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ। ਉਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਜੀ ਨੇ ਜਦੋਂ ਸ਼ਹਾਦਤ ਦਾ ਇਹ ਲਾਸਟ ਸਮਾਂ ਸੰਗਤਾਂ ਦੇ ਸਿਵਕਾਂ ਦੇ ਵਿੱਚ ਆਇਆ ਨਾ, ਅਤੇ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਹੈ, ਸਤਿਗੁਰੂ ਮਹਾਰਾਜ ਦੀ ਗ੍ਰਿਫਤਾਰੀ ਤੋਂ ਪਹਿਲਾਂ ਗੁਰੂ ਬਾਬਾ ਬੁੱਢਾ ਜੀ ਨੂੰ ਹੋਰ ਸੰਗਤਾਂ ਦੇ ਸਨਮੁਖ ਐਲਾਨ ਕੀਤਾ ਸੀ ਕਿ ਹਾਲਾਤ ਮੁਤਾਬਕ ਸਾਡੀ ਸ਼ਹਾਦਤ ਯਕੀਨੀ ਹੈ, ਕਿਉਂਕਿ ਜਦੋਂ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਲਾਹੌਰ ਗਏ ਅਤੇ ਪਹਿਲਾਂ ਹੀ ਬਚਨ ਕਰ ਗਏ ਸੀ ਕਿ ਸਾਡੇ ਵਾਪਸ ਆਉਣਾ ਸਾਨੂੰ ਸ਼ੋਭਦਾ ਨਹੀਂ ਹੈ। ਹੁਣ ਬਸ ਮਨ ਵਿੱਚ ਪਹਿਲਾਂ ਵੱਜ ਗਈ ਕਿ ਅਸੀਂ ਹੁਣ ਵਾਪਸ ਨਹੀਂ ਆਉਣਾ ਗਾ, ਸਾਡੀ ਉੱਥੇ ਸ਼ਹਾਦਤ ਹੋਵੇਗੀ। ਜੇਕਰ ਅਜਿਹਾ ਹੋਏ ਤਾਂ ਗੁਰਗੱਦੀ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ 6ਵੇਂ ਪਾਤਸ਼ਾਹ ਨੂੰ ਦੇਣੀ। ਇਸ ਤਰ੍ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 30 ਮਈ 1606 ਨੂੰ ਗੁਰਗੱਦੀ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਖਸ਼ ਕੇ 43 ਸਾਲ ਦੀ ਉਮਰ ਵਿੱਚ 5ਵੇਂ ਪਾਤਸ਼ਾਹ ਜੀ ਸ਼ਹਾਦਤ ਪ੍ਰਾਪਤ ਕਰ ਗਏ, ਅਤੇ ਆਪ ਲਗਭਗ 25 ਸਾਲ
ਗੁਰਗੱਦੀ ਤੇ ਬਿਰਾਜਮਾਨ ਰਹੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸੋ ਇਹ ਸਮਾਂ ਸੀ ਸਤਿਗੁਰੂ ਬਖਸ਼ਿਸ਼ ਕਰਦੇ ਸਨ ਕਿ ਭਾਈ ਸ਼ਹਾਦਤ ਤੋਂ ਕਦੇ ਡਰਨਾ ਨਹੀਂ, ਮੌਤ ਤੋਂ ਕਦੇ ਡਰਨਾ ਨਹੀਂ। ਇਹ ਜਿਹੜੇ ਮੌਤ ਦਾ ਡਰਾਵਾ ਕਹਿੰਦੇ ਚੰਦੂ ਨੇ ਦੇਣਾ ਸੀ, ਤੇ ਮਹਾਰਾਜ ਜੀ ਨੇ ਉੱਥੇ ਬਚਨ ਵੀ ਕੀਤਾ ਸੀ, ਕਹਿੰਦੇ ਕਿ ਧਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹਿਓ ਭਾਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਰ ਹਿਰਦੇ ਵਿੱਚ ਉਹ ਹਾਜ਼ਰ ਹਨ। ਧਰਨ ਗਗਨ ਨਵ ਖੰਡ ਮੈਂ, ਧਰਤੀ ਤੇ ਗਗਨ ਆਕਾਸ਼ ਵਿੱਚ, ਨਵਖੰਡ ਕਹਿੰਦੇ ਕਿ ਨਵਾਂ ਖੰਡਾਂ ਦੇ ਵਿੱਚ, ਜੋਤ ਸਭ ਰੂਪੀ ਰਹਿਓ ਭਾਰ ਕਹਿੰਦੇ ਸਵੈ ਰੂਪੀ ਜੋਤ ਉਹ ਸਦਾ ਹੀ ਹਾਜ਼ਰ ਹਨ। ਮਹਾਰਾਜ ਕਹਿੰਦੇ ਪਨ ਮਥਰਾ ਕਛ ਭੇਦ ਨਹੀਂ। ਮਥਰਾ ਜੀ ਆਖਦੇ ਆ ਅਕਾਲ ਪੁਰਖ ਤੇ ਧੰਨ ਧੰਨ ਗੁਰੂ ਅਰਜਨ ਵਿੱਚ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਵੀ ਹਾਜ਼ਰ ਨਾਜ਼ਰ ਹਨ। ਤੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਇਸ ਦੇ ਦਰਸ਼ਨ ਕੀਤੇ, ਇਹ ਹਾਜ਼ਰ ਨਾਜ਼ਰ ਹਨ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਵੀ ਹਾਜ਼ਰ ਹਨ। ਸਤਿਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਵੀ ਉਹਨਾਂ ਦੇ ਦਰਸ਼ਨ ਹੁੰਦੇ ਹੈ। ਸੋ ਗੁਰਮੁਖ ਪਿਆਰੋ, ਇਹ ਸੀ ਸ਼ਹਾਦਤ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਸੋ ਇੱਥੇ ਸਮਾਪਤੀ ਹੈ। ਵਿਚਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਕਈ ਪ੍ਰਕਾਰ ਦੀਆਂ ਊਣਤਾਈਆਂ ਰਹਿ ਜਾਂਦੀਆਂ, ਗਲਤੀਆਂ ਹੋ ਜਾਂਦੀਆਂ, ਭੁੱਲਣਹਾਰ ਹਾਂ, ਸਤਿਗੁਰੂ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਮੱਤ ਤੇ ਸੁਧਾਰ ਬਖਸ਼ਿਸ਼ ਕਰਨਗੇ। ਹੁਣ ਆਓ ਆਨੰਦ ਸਾਹਿਬ ਦਾ ਪਾਠ ਸਰਮ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਸਤਿਗੁਰ ਤੰਬ ਆਇਆ ਸਹਿ ਸੇਤੀ, ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਾ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਈ ਵਾ ਕਿਆ ਨਾਹੀ ਕਰ ਤੇਰਾ। ਕਰਤਮ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ